ਵਿਚਾਰਾਂ ਦੀ ਬਸਤੀ ਇੱਕ ਐਸੀ ਬਸਤੀ ਜਿੱਥੇ ਵਸੇ ਵਿਚਾਰ ਇੱਕ ਉੱਚ ਕੋਟੀ ਦਾ। ਵਿਚਾਰਾਂ ਦੇ ਵਿੱਚ ਵਿਚਰਨ ਵਾਲਿਆ ਮਨਾ ਵਿਚਰਨ ਰੱਖ ਕੋਈ ਚੋਟੀ ਦਾ। ਬੇਸਮਝਾ ਬੇਅਮਲਾ ਮਨਸੂਰ ਰਟਨ ਰਤਾ ਨੀ ਘੋਟੀ ਦਾ। ਮਹਿੰਗੇ ਮੁੱਲ ਦੇ ਸਿੱਖ ਰਤਨ ਪਛਾਨਣੇ ਨਾ ਰੱਖ ਦਾਇਰਾ ਕੀਮਤ ਛੋਟੀ ਦਾ। ਨਾ ਰੱਖ ਦਾਇਰਾ ਕੀਮਤ ਛੋਟੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਅਣਮੁੱਲਾ ਵਿਚਾਰ। ਅਮੁੱਲ ਲਫ਼ਜ਼ ਉਦੋਂ ਵਰਤਿਆ ਜਾਂਦਾ ਹੈ ਜਦੋਂ ਮੁੱਲ ਆਂਕਣ ਤੋਂ ਕਹਿਣ ਤੋਂ ਬਾਹਰਾ ਹੋਵੇ, ਜਦੋਂ ਹਿੰਸਿਆਂ ਗਿਣਤੀਆਂ ਅੰਦਾਜ਼ਿਆਂ ਤੋਂ ਪਰੇ ਹੋਏ, ਕਿਉਂਕਿ ਜੋ ਮੁੱਲਵਾਨ ਹੁੰਦਾ ਹੈ ਉਸ ਨੂੰ ਤੇ ਕਿਸੇ ਹੋਰ ਤੁਲਨਾ ਤਹਿਤ ਜ਼ਿਆਦਾ ਕੀਮਤੀ ਕਹਿ ਕੇ ਆਂਕੜਿਆਂ 'ਚ ਮੁੱਲ ਪਾ ਲਈਦਾ ਹੈ। ਪਰ ਅਣਮੁੱਲਾ ਉਹ ਹੈ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਅਤੇ ਅਣਮੁੱਲਾ ਉਹ ਹੁੰਦਾ ਹੈ ਜੋ ਰੂਹ ਨੂੰ ਛੂਹ ਜਾਏ, ਭੀਤਰ ਦੀ ਗਹਿਰਾਈ ਤੱਕ ਅਹਿਸਾਸ ਵੌਧ ਵਜੋਂ ਆ ਜਾਏ, ਪਰ ਕਿਸੇ ਤੁਲਨਾ ਤਹਿਤ ਮੁੱਲ 'ਚ ਨਾ ਆ ਸਕੇ। ਪਰ ਅਣਮੁੱਲੇ ਦਾ ਅਹਿਸਾਸ ਇਸ ਦੀ ਪਰਖ ਵਿਰਲਿਆਂ ਦੇ ਹਿੱਸੇ ਆਉਂਦੀ ਹੈ। ਅੱਜ ਦੇ ਇਸ ਵਿਚਾਰ ਵਿੱਚ ਅਸੀਂ ਅਣਮੁੱਲੇ ਵਿਚਾਰ 'ਤੇ ਵਿਚਾਰ ਕਰਨ ਜਾ ਰਹੇ ਹਾਂ, ਜਿਸ ਦੀ ਸਮਝ ਅਸੀਂ ਇੱਕ ਉਦਾਹਰਨ ਤੋਂ ਲਵਾਂਗੇ। ਮੰਨ ਲਓ ਸਾਡੇ ਸਾਹਮਣੇ ਬਹੁਤ ਵੱਡਾ ਢੇਰ ਕੀਮਤੀ ਧਨ, ਗਹਿਣੇ, ਜੇਵਰਾਤ, ਮਾਣਕ, ਮੋਤੀ, ਸੋਨੇ, ਹੀਰਿਆਂ ਦਾ ਰੱਖ ਦਿੱਤਾ ਜਾਵੇ, ਜਿਸ ਵਿੱਚ ਬਹੁਤ ਤਾਦਾਦ ਵਿੱਚ ਨਕਲੀ ਗਹਿਣੇ ਵੀ ਰੱਖੇ ਹੋਣ, ਬਹੁਤ ਮੁੱਲਵਾਨ ਵੀ ਹੋਣ, ਪਰ ਕੁਝ ਅਜਿਹੇ ਵਿਰਲੇ ਵੀ ਹੋਣ ਜਿਨ੍ਹਾਂ ਦੇ ਮੁੱਲ ਦਾ ਅੰਦਾਜ਼ਾ ਹੀ ਨਾ ਲਾਇਆ ਜਾ ਸਕੇ। ਆਪਣੀ ਸੁਭਾਵਿਕ ਫਿਤਰਤ ਅਨੁਸਾਰ ਅਸੀਂ ਉਸੇ ਨੂੰ ਚੁਣਾਂਗੇ ਜੋ ਅਣਮੁੱਲਾ ਹੋਵੇ, ਜਿਸ ਦਾ ਮੁੱਲ ਪਾਇਆ ਨਾ ਜਾ ਸਕੇ। ਉਸ ਅਣਮੁੱਲੇ ਨੂੰ ਲੱਭਣ ਲਈ, ਚੁਣਨ ਲਈ ਸਾਨੂੰ ਸਾਰਾ ਢੇਰ ਵਾਚਣਾ ਪਏਗਾ, ਫਰੋਲਣਾ ਪਏਗਾ, ਤੇ ਖੂਬ ਸਾਰੀ ਮਿਹਨਤ ਤੋਂ ਬਾਅਦ ਬਰੀਕੀ ਨਾਲ ਵਾਚਣ ਪਰਖਣ ਵਾਲੇ ਦੇ ਹੱਥ ਉਹ ਅਣਮੁੱਲਾ ਗਹਿਣਾ ਆ ਸਕੇਗਾ। ਕਿਉਂਕਿ ਜੇਕਰ ਲੋਭ ਲਾਲਚ ਦੀ ਬੇਹੋਸ਼ੀ ਤਹਿਤ ਅਸੀਂ ਬੇਧਿਆਨੇ, ਬੇਹੋਸ਼ੇ, ਬਿਨਾਂ ਸੂਝ ਦੇ ਉਸ ਢੇਰ ਨੂੰ ਫਰੋਲਾਂਗੇ ਤੇ ਅਸੀਂ ਨਕਲੀ ਨੂੰ ਵੀ ਅਸਲੀ ਸਮਝ ਚੁੱਕ ਲਵਾਂਗੇ। ਤੇ ਜੇਕਰ ਥੋੜੀ ਪਰਖ ਦੀ ਸੂਝ ਰੱਖਦੇ ਹੋਵਾਂਗੇ ਤੇ ਮੁੱਲਵਾਨ ਤੇ ਤ੍ਰਿਪਤ ਹੋ ਜਾਵਾਂਗੇ। ਪਰ ਜੇਕਰ ਸਾਡੀ ਸਮਝ ਬਹੁਤ ਬਰੀਕ, ਪੂਰੀ ਹੋਸ਼ ਵਾਲੀ ਹੋਵੇਗੀ, ਬਿਨਾਂ ਕਿਸੇ ਲੱਭ ਲਾਲਚ ਵਾਲੀ ਹੋਵੇਗੀ, ਤੇ ਅਸੀਂ ਉਸ ਅਣਮੁੱਲੇ ਨੂੰ ਛੂਹ ਲਵਾਂਗੇ, ਜਿਸ ਦੇ ਤੁੱਲ ਕੋਈ ਹੋਰ ਗਹਿਣਾ, ਸਿੱਕੇ, ਹੀਰੇ, ਜਵਾਹਰਾਤ ਨਹੀਂ। ਤੇ ਜਿਹੜਾ ਇਸ ਅਣਮੁੱਲੇ ਨੂੰ ਪਾ ਲਵੇਗਾ, ਪਛਾਣ ਲਵੇਗਾ, ਉਹਨੂੰ ਕੋਈ ਨਕਲੀ, ਕੋਈ ਬਹੁਮੁੱਲਵਾਨ ਪ੍ਰਭਾਵਿਤ ਨਹੀਂ ਕਰ ਸਕੇਗਾ। ਸੋ ਅਣਮੁੱਲੇ ਗਹਿਣੇ ਦੀ ਤਰ੍ਹਾਂ ਅਸੀਂ ਆਪਣੇ ਅੱਜ ਦੇ ਇਸ ਵਿਚਾਰ ਰਾਹੀਂ ਅਣਮੁੱਲੇ ਵਿਚਾਰ ਦੀ ਪਛਾਣ ਤੱਕ ਪਹੁੰਚਾਂਗੇ। ਇਸ ਨਕਲੀ, ਅਸਲੀ, ਮੁੱਲਵਾਨ ਤੇ ਅਮੁੱਲੇ ਗਹਿਣਿਆਂ ਦੇ ਢੇਰ ਦੀ ਤਰ੍ਹਾਂ ਸਾਡੇ ਮਨ ਦੀ ਸਤ੍ਹਾ 'ਤੇ ਵੀ ਵਿਚਾਰਾਂ ਦਾ ਬਹੁਤ ਵੱਡਾ ਢੇਰ ਹੈ। ਅਸੀਂ ਸੌਂਦਿਆਂ, ਬਹਿੰਦਿਆਂ, ਉੱਠਦਿਆਂ, ਖਾਂਦਿਆਂ, ਪੀਂਦਿਆਂ ਇਸ ਵਿਚਾਰਾਂ ਦੇ ਢੇਰ ਵਿੱਚ ਹੀ ਹੁੰਦੇ ਹਾਂ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲਦੇ ਨੇ, ਤੇ ਬਹੁਤ ਤਾਦਾਦ ਵਿੱਚ ਨਕਲੀ ਗਹਿਣਿਆਂ ਦੀ ਤਰ੍ਹਾਂ ਵਿਚਾਰ ਮਾਇਆਵੀ, ਪਕੜਾਂ ਜਕੜਾਂ ਦੇ ਹੁੰਦੇ ਨੇ, ਭੋਗਾਂ ਵਾਸ਼ਨਾਵਾਂ ਦੇ ਹੁੰਦੇ ਨੇ। ਬੇਹੋਸ਼ੀ ਦੀ ਸਤ੍ਹਾ 'ਤੇ ਸੁੱਤੇ ਹੋਣ ਕਾਰਨ ਸਾਨੂੰ ਇਹਨਾਂ ਦੀ ਪਛਾਣ ਨਹੀਂ ਹੁੰਦੀ, ਤੇ ਅਸੀਂ ਇਹਨਾਂ ਵਿਚਾਰਾਂ ਅਧੀਨ ਹੀ ਆਪਣਾ ਜੀਵਨ ਕਾਲ ਲੰਘਾ ਜਾਂਦੇ ਹਾਂ। ਆਪਣੇ ਅੰਦਰ ਪਏ ਇਹਨਾਂ ਵਿਚਾਰਾਂ ਦੇ ਢੇਰ ਨੂੰ ਫਰੋਲਦੇ ਹੀ ਨਹੀਂ, ਜਿਸ ਕਾਰਨ ਅਸੀਂ ਤਾ ਉਮਰ ਆਤਮਿਕ ਉਪਲਬਧੀ ਤੋਂ ਦੂਰ ਹੀ ਰਹਿੰਦੇ ਹਾਂ। ਹੁਣ ਜੇਕਰ ਅਸੀਂ ਸਭ ਤੋਂ ਪਹਿਲਾਂ ਆਪਣੇ ਅੰਦਰ ਚੱਲ ਰਹੇ ਵਿਚਾਰਾਂ ਦੇ ਢੇਰ ਨੂੰ ਫਰੋਲਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਅੰਦਰ ਕਿਹੜੇ-ਕਿਹੜੇ ਵਿਚਾਰ ਨੇ, ਕਿਹੜੇ ਵਿਚਾਰ ਦੀਆਂ ਕਿੰਨੀਆਂ ਤਹਿਆਂ ਨੇ, ਤੇ ਇਹਨਾਂ ਤਹਿਆਂ ਨੂੰ ਗੌਰ ਨਾਲ ਵਾਚਦੇ ਹੋਏ, ਬਿਨਾਂ ਕਿਸੇ ਵਿਚਾਰ ਤੇ ਕਿੰਤੂ ਪਰੰਤੂ ਲਾਇਆ, ਇਹਨਾਂ ਨੂੰ ਬਹੁਤ ਬਰੀਕੀ ਨਾਲ ਹੋਸ਼ ਰੱਖ ਵਾਚਦੇ ਜਾਵਾਂਗੇ, ਤੇ ਇਹ ਵਿਚਾਰ ਹੋਸ਼ ਨਾਲ ਹੀ ਮਰਦੇ ਹੋਏ, ਜਾਨੀ ਵਿਲੁਪਤ ਹੁੰਦੇ ਹੋਏ ਨਜ਼ਰ ਆਉਣਗੇ। ਗੁਰੂ ਗੁਰਬਾਣੀ ਵੀ ਇਸ ਗੱਲ ਨੂੰ ਰੁਸ਼ਨਾਉਂਦੀ ਹੈ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਜਦੋਂ ਇਹ ਤੱਤਾਂ ਦੇ ਨਕਲੀ ਆਰਜੀ ਵਿਚਾਰ ਜੋ ਨਾਸਵਾਨ ਨੇ, ਇਹਨਾਂ ਨੂੰ ਪਹਿਚਾਣ, ਇਹਨਾਂ ਤੋਂ ਉੱਪਰ ਉੱਠਦੇ ਜਾਵਾਂਗੇ ਤੇ ਇਹ ਵਿਲੁਪਤ ਹੁੰਦੇ ਹੋਏ ਪ੍ਰਤੀਤ ਹੋਣਗੇ। ਸਾਡੀ ਸੋਚ ਦੀ ਊਰਜਾ ਇਹਨਾਂ ਵਿੱਚੋਂ ਨਿਕਲ ਕੇ ਸਾਫ਼ ਹੋ ਸਿਖਰ ਵੱਲ ਨੂੰ ਪਹੁੰਚਦੀ ਹੋਈ ਸਾਡੇ ਬੌਧਿਕ ਤਲ ਨੂੰ ਜਗਾਏਗੀ, ਜਿੱਥੋਂ ਬੌਧਿਕ ਗਿਆਨ ਪ੍ਰਗਟ ਹੋਏਗਾ, ਜੋ ਸਾਨੂੰ ਨਕਲੀ ਗਹਿਣਿਆਂ ਵਰਗੇ ਚੱਲਦੇ ਵਿਚਾਰਾਂ ਤੋਂ ਹੋਰ ਸੁਚੇਤ ਕਰੇਗਾ। ਤੇ ਇਸ ਆਤਮਿਕ ਤਲ ਦੀ ਊਰਜਾ ਦੇ ਹੋਸ਼ ਵਿੱਚ ਜਾਗਣ ਨਾਲ ਬੌਧਿਕ ਗਿਆਨ ਦੁਆਰਾ ਸਾਨੂੰ ਸਾਡੀ ਮੱਤ ਅੰਦਰ ਪਏ ਗੁਣਦਾਇਕ ਲਾਲ ਹੀਰੇ ਜਵਾਹਰਾਤਾਂ ਦੀ ਤਰ੍ਹਾਂ ਵੱਡਮੁੱਲੇ ਗਹਿਣਿਆਂ ਵਰਗੇ ਵਿਚਾਰ ਆਉਣਗੇ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ। ਤੇ ਜਦੋਂ ਤੱਤਾਂ ਦੇ ਜੀਵਨ ਦੀ ਅਤੇ ਆਤਮਿਕ ਜੀਵਨ ਦੀ ਸੂਝ ਦੇਣ ਵਾਲੇ ਬੌਧਿਕ ਵਿਚਾਰ ਸਾਡੀ ਸੋਚ ਵਿੱਚ ਚੱਲਣਗੇ
ਤੇ ਇਸ ਸੋਚ ਨਾਲ ਸਾਡਾ ਜੀਵਨ ਪਰਿਵਰਤਨ ਹੋਣ ਲੱਗੇਗਾ। ਮਾਇਆਵੀ ਵਿਚਾਰਾਂ ਦੀ ਪਕੜ ਛੁੱਟ ਜਾਏਗੀ। ਸਾਡੀ ਰਹਿਣੀ, ਕਹਿਣੀ, ਸਹਿਣੀ, ਬਹਿਣੀ ਤਬਦੀਲ ਹੋ ਜਾਵੇਗੀ। ਤੇ ਫਿਰ ਇਹਨਾਂ ਵੱਡਮੁੱਲੇ ਬੌਧਿਕ ਵਿਚਾਰਾਂ ਦੇ ਨਾਲ ਜਦੋਂ ਅਸੀਂ ਆਪਣੀ ਜਾਗੀ ਹੋਈ ਸੋਚ ਨੂੰ ਪੂਰੋ ਪੂਰ ਆਪਣੇ ਪਿਤਾ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਵੱਲ ਲਾਵਾਂਗੇ, ਜੋ ਅਮੁੱਲ ਹੈ, ਜਿਸ ਬਾਰੇ ਫਰਮਾਨ ਹੈ, ਹਰ ਆਪ ਅਮੁੱਲ ਹੈ, ਮੁੱਲ ਨਾ ਪਾਇਆ ਜਾਏ। ਤੇ ਜਦੋਂ ਸਾਡੀ ਸੋਚ ਵਿੱਚ ਸਭੇ ਵਿਚਾਰ ਖਿਆਲਾਂ ਨੂੰ ਹੋਸ਼ ਦੀ ਜਾਗ ਦੀ ਬਾਰੀਕ ਛਾਨਣੀ ਲੱਗ ਇਹ ਛਾਂਟੇ ਜਾਣਗੇ, ਤੇ ਫਿਰ ਉਸ ਅਮੁੱਲ ਪਿਤਾ ਦੇ ਮਿਲਾਪ ਦਾ ਇੱਕੋ ਇੱਕ ਵਿਚਾਰ ਸਾਡੇ ਅੰਦਰ ਰਹਿ ਜਾਵੇਗਾ। ਤੇ ਇਹ ਵਿਚਾਰ ਵੀ ਅਮੁੱਲ ਹੀ ਅਖਵਾਵੇਗਾ, ਕਿਉਂਕਿ ਜੋ ਆਪ ਅਮੁੱਲ ਹੈ ਤੇ ਫਿਰ ਉਸ ਨੂੰ ਮਿਲਣ ਦਾ ਵਿਚਾਰ ਵੀ ਅਣਮੁੱਲਾ ਵਿਚਾਰ ਹੈ, ਜੋ ਸਾਨੂੰ ਨਿਰਵਿਚਾਰ ਔਰੇ ਤੇ ਆਬੇ ਤੱਕ ਲੈ ਕੇ ਜਾਣ ਲਈ ਸਹਾਈ ਹੁੰਦਾ ਹੈ। ਸੋ ਆਓ ਅੱਜ ਤੋਂ ਇਸ ਪਲ ਤੋਂ ਅਸੀਂ ਅੰਦਰੂਨੀ ਮੁਸ਼ੱਕਤ ਸ਼ੁਰੂ ਕਰੀਏ। ਆਪਣੇ ਪਿਤਾ ਦਾ ਓਟ ਆਸਰਾ ਲੈ ਆਪਣੇ ਹੀ ਅੰਦਰ ਚੱਲਦੇ ਵਿਚਾਰਾਂ ਦੇ ਢੇਰ ਨੂੰ ਸੁਚੇਤਗੀ ਹੋਸ਼ ਨਾਲ ਫਰੋਲ ਬਰੀਕੀ ਨਾਲ ਵਾਚਣਾ ਸ਼ੁਰੂ ਕਰੀਏ ਤੇ ਆਪਣੀ ਬੁੱਧਤਾ ਦੇ ਤਲ ਤੱਕ ਪਹੁੰਚ ਮੁੱਲਵਾਨ ਕੀਮਤੀ ਵਿਚਾਰਾਂ ਦਾ ਗਹਿਣਾ ਪਾ ਇਹਨਾਂ ਵਿਚਾਰਾਂ ਤੋਂ ਵੀ ਉੱਪਰ ਆਪਣੀ ਸੋਚ ਨੂੰ ਉਸ ਮੂਲ ਪਿਤਾ ਵੱਲ ਲਾ ਉਸ ਇੱਕ ਅਣਮੁੱਲੇ ਵਿਚਾਰ ਤੱਕ ਪਹੁੰਚ ਕਰੀਏ, ਜੋ ਸਾਨੂੰ ਸਾਡੇ ਅਣਮੁੱਲੇ ਪਿਤਾ ਦੇ ਮਿਲਾਪ ਤੱਕ ਲੈ ਜਾਵੇਗਾ, ਜਿਸ ਨਾਲ ਸਾਡਾ ਜੀਵਨ ਮਨੋਰਥ ਸਫਲਾ ਹੋ ਸਕੇ ਤੇ ਅਸੀਂ ਜੋ ਮਨ ਦੀ ਨਾ ਟਿਕਣ ਦੀ ਪਰੇਸ਼ਾਨੀ ਹੈ ਉਸ ਤੋਂ ਮੁਕਤ ਹੋ ਸਕੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।